बहुत ही प्यारे बच्चों, ਆਪਾਂ ਅੱਜ ਤੁਹਾਡੀ ਲਾਜ਼ਮੀ ਪੰਜਾਬੀ ਜੋ 12ਵੀਂ ਜਮਾਤ ਦੀ ਜੋ ਵਿਸ਼ਾ ਹੈ ਉਸ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜੀ ਦੀ ਰਚਨਾ ਹੈ ਜੋ ਕਵਿਤਾ ਹੈ ਵਗਦੇ ਪਾਣੀ ਉਹ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਬੱਚਿਓ ਮੈਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜ਼ਰੂਰ ਕੁਝ ਗੱਲਾਂ ਸਾਂਝੀਆਂ ਕਰਾਂਗੀ ਤੁਹਾਡੇ ਨਾਲ, ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਇਹ ਗੱਲਾਂ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਣਗੀਆਂ ਅਤੇ ਉਸ ਤੋਂ ਇਲਾਵਾ ਤੁਹਾਡੇ ਪ੍ਰਸ਼ਨ ਦੇ ਜਿਹੜੇ ਪੱਤਰ ਨੇ, ਠੀਕ ਹੈ, ਤੁਹਾਡੇ ਪੇਪਰਾਂ ਦੇ ਵਿੱਚ ਵੀ ਇਹ ਆ ਸਕਦੀਆਂ ਨੇ, ਠੀਕ ਹੈ ਨਾ ਬੱਚੋ। ਅਤੇ ਚਲੋ ਫਿਰ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਜਾਣੀਏ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜ਼ਿਕਰਯੋਗ ਸਥਾਨ ਹੈ। ਆਪ ਦਾ ਜਨਮ 22 ਮਈ 1897 ਨੂੰ ਪਿਤਾ ਸਰਦਾਰ ਸੁੰਦਰ ਸਿੰਘ ਢਿੱਲੋਂ, ਮਾਤਾ ਸ਼੍ਰੀਮਤੀ ਇੰਦਰ ਕੌਰ ਦੀ ਕੁੱਖੋਂ ਪਿੰਡ ਗਲੋਟੀਆਂ ਖੁਰਦ, ਠੀਕ ਹੈ, ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ। ਆਪ ਨੇ ਮੈਡੀਕਲ ਕਾਲਜ ਆਗਰਾ ਤੋਂ ਮੈਡੀਕਲ ਡਿਗਰੀ ਹਾਸਲ ਕੀਤੀ। ਉਹਨਾਂ ਨੇ ਫੌਜ ਵਿੱਚ ਬਤੌਰ ਡਾਕਟਰ ਨੌਕਰੀ ਕੀਤੀ। ਆਪਣੇ ਜੀਵਨ ਦੇ ਅੰਤਿਮ ਵਰ੍ਹਿਆਂ ਵਿੱਚ ਉਹਨਾਂ ਦੀ ਬਦਲੀ ਅੰਡੇਮਾਨ ਟਾਪੂਆਂ ਵਿੱਚ ਹੋ ਗਈ ਸੀ। ਇਸ ਜਗ੍ਹਾ ਨੂੰ ਉਸ ਸਮੇਂ ਕਾਲੇ ਪਾਣੀ ਕਿਹਾ ਜਾਂਦਾ ਸੀ। ਇਸ ਤੋਂ ਹੀ ਡਾਕਟਰ ਦੀਵਾਨ ਸਿੰਘ ਦਾ ਨਾਂ ਮਤਲਬ ਕਾਲੇ ਪਾਣੀ ਉਪਨਾਮ ਨਾਲ ਜੁੜ ਗਿਆ। ਇੱਥੇ ਹੀ ਜਾਪਾਨੀਆਂ ਦਾ ਕਬਜ਼ਾ ਹੋ ਜਾਣ 'ਤੇ ਜਾਪਾਨੀਆਂ ਨੇ ਉਹਨਾਂ ਨੂੰ ਅੰਗਰੇਜ਼ਾਂ ਦਾ ਪੱਖੀ ਹੋਣ ਦੇ ਸ਼ੱਕ ਵਿੱਚ ਤਸੀਹੇ ਦੇ ਕੇ 14 ਜਨਵਰੀ 1944 ਨੂੰ ਸ਼ਹੀਦ ਕਰ ਦਿੱਤਾ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਵਾਰਤਕ ਰਚਨਾ ਵੀ ਕੀਤੀ, ਪਰ ਉਹਨਾਂ ਦੀ ਪਹਿਚਾਣ ਇੱਕ ਕਵੀ ਵਜੋਂ ਬਣੀ। ਉਹਨਾਂ ਨੇ ਪੰਜਾਬੀ ਕਾਵਿ ਖੇਤਰ ਵਿੱਚ 3 ਕਾਵਿ ਸੰਗ੍ਰਹਿ ਵਗਦੇ ਪਾਣੀ, ਅੰਤਿਮ ਲਹਿਰਾਂ ਅਤੇ ਮੱਲਿਆਂ ਦੇ ਬੇਰ ਮਿਲਦੇ ਹਨ। ਪਿਛਲੇ 2 ਕਾਵਿ ਸੰਗ੍ਰਹਿ ਉਹਨਾਂ ਦੇ ਦੇਹਾਂਤ ਉਪਰੰਤ ਛਪੇ ਹਨ। ਹੱਥਲੀ ਪਾਠ ਪੁਸਤਕ ਵਿੱਚ ਉਹਨਾਂ ਦੀ ਕਵਿਤਾ ਵਗਦੇ ਪਾਣੀ ਸ਼ਾਮਿਲ ਕੀਤੀ ਗਈ ਹੈ। ਇਸ ਕਵਿਤਾ ਵਿੱਚ ਗਤੀਸ਼ੀਲ ਹੋ ਕੇ ਜੀਵਨ ਨੂੰ ਜਿਉਣ ਦੀ ਬਹੁਤ ਇੱਛਾ ਪ੍ਰਗਟ ਕੀਤੀ ਗਈ ਹੈ। ਕਵੀ ਨੇ ਇਸ ਕਵਿਤਾ ਰਾਹੀਂ ਪ੍ਰਤੀਕਾਤਮਿਕ ਢੰਗ ਨਾਲ ਮਨੁੱਖ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ। ਪ੍ਰਤੀਕ ਕਿਹੜੇ ਨੇ ਉਹ ਆਪਾਂ ਦੇਖਾਂਗੇ ਬੱਚਿਓ। ਕਾਲੇ ਪਾਣੀ ਉਸ ਸਮੇਂ ਜਿਸ ਨੂੰ ਬਹੁਤ ਸਜ਼ਾ ਦਿੱਤੀ ਜਾਂਦੀ ਸੀ ਬੱਚਿਓ, ਅੰਡੇਮਾਨ ਭੇਜ ਦਿੱਤਾ ਜਾਂਦਾ ਸੀ ਅਤੇ ਉੱਥੇ ਕਾਲੇ ਪਾਣੀ ਦੀ ਸਜ਼ਾ ਕਿਹਾ ਜਾਂਦਾ ਸੀ। ਅਤੇ ਲੋਕਾਂ ਨੂੰ ਵੀ ਪਤਾ ਹੁੰਦਾ ਸੀ ਵੀ ਇੱਕ ਵਾਰ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਤਾਂ ਉਹ ਮੁੜ ਕੇ ਵਾਪਸ ਨਹੀਂ ਸੀ ਆਉਣਗੇ, ਹੈ ਨਾ। ਸੋ ਇਹਨਾਂ ਨੇ ਉੱਥੇ ਨੌਕਰੀ ਵਜੋਂ ਦੇਖਿਆ ਸੀਗਾ, ਉੱਥੇ ਜੁਆਇਨ ਕੀਤਾ ਸੀ। ਪਰ ਜੋ ਜਾਪਾਨੀ ਆਏ ਸਨ ਉਹਨਾਂ ਨੂੰ ਲੱਗਿਆ ਵੀ ਅੰਗਰੇਜ਼ਾਂ ਦੇ ਇਹ ਮੁਖਬਰ ਨੇ, ਇਸ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਬੱਚਿਓ। ਅਤੇ ਬਹੁਤ ਸੋਹਣਾ ਲਿਖਿਆ ਉਹਨਾਂ ਨੇ। ਵਗਦੇ ਪਾਣੀ ਦੇ ਵਿੱਚ ਆਪਾਂ ਨੂੰ ਸੇਧ ਦਿੱਤੀ ਹੈ ਕੁਝ ਪ੍ਰਤੀਕਾਂ ਦੇ ਰਾਹੀਂ। ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੌਂਦੇ ਨੇ, ਖੜੋਂਦੇ ਪੁੱਛਦੇ ਨੇ ਕਿ ਪਾਣੀ ਵਗਦੇ ਹੀ ਰਹਿਣ। ਵੀ ਜੋ ਪਾਣੀ ਨੇ ਉਹ ਹਮੇਸ਼ਾ ਵਗਦੇ ਹੀ ਚੰਗੇ ਲੱਗਦੇ ਨੇ। ਜੇ ਬੱਚਿਓ ਪਾਣੀ ਖੜ ਜਾਂਦਾ, ਆਪਾਂ ਖੜੇ ਪਾਣੀ ਆਪਾਂ ਕਹਿੰਦੇ ਡੇਂਗੂ ਵੀ ਪੈਦਾ ਹੋ ਜਾਂਦਾ, ਮੱਛਰ ਪੈਦਾ ਹੋ ਜਾਂਦੇ ਨੇ, ਅਤੇ ਪਾਣੀ ਪੁੱਸ ਜਾਂਦਾ। ਕਦੇ ਵੀ ਜਿਹੜੇ ਪਾਣੀ ਦੇ ਵਿੱਚੋਂ ਆਪਾਂ ਸਮੈਲ ਨਹੀਂ ਆਉਂਦੀ, ਹੈ ਨਾ, ਗੰਧ ਨਹੀਂ ਆਉਂਦੀ, ਵੀ ਉਹ ਜਦੋਂ ਵਗ ਰਿਹਾ ਹੁੰਦਾ ਮੁਸ਼ਕ ਨਹੀਂ ਆਉਂਦੀ, ਅਤੇ ਜਦੋਂ ਖੜੋ ਜਾਂਦਾ ਹੈ ਤਾਂ ਉਹ ਬੁੱਸ ਜਾਂਦਾ, ਤਾਂ ਉਹਦੇ ਵਿੱਚੋਂ ਬਿਮਾਰੀਆਂ ਦੇ ਕੀਟਾਣੂ ਪੈਦਾ ਹੋ ਜਾਂਦੇ ਨੇ। ਇਸ ਕਰਕੇ ਆਪਾਂ ਮਨੁੱਖ ਨੂੰ ਵੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣਾ ਚਾਹੀਦਾ ਹੈ। ਅਗਰ ਮਨੁੱਖ ਉੱਥੇ ਬੈਠ ਗਿਆ ਮਤਲਬ ਇਹ ਨਹੀਂ ਬੈਠਣ ਦਾ ਮਤਲਬ ਇਹ ਹੈ ਬੱਚੋ ਵੀ ਜ਼ਿੰਦਗੀ ਦੇ ਵਿੱਚ ਆਪਾਂ ਕੁਛ ਨਹੀਂ ਕੀਤਾ, ਨਾ ਪੜ੍ਹ ਰਹੇ ਹਾਂ ਨਾ ਕੁਛ ਹੋਰ ਕਰ ਰਹੇ ਹਾਂ, ਰੋਜ਼ ਜੋ ਖਾ ਲਿਆ ਸੌ ਗਏ, ਅਤੇ ਉਸ ਦੇ ਨਾਲ ਜੋ ਜ਼ਿੰਦਗੀ ਆਪਣੀ ਖੜੋ ਜਾਣੀ ਹੈ ਅਤੇ ਆਪਾਂ ਬੁੱਸ ਜਾਵਾਂਗੇ। ਆਪਣਾ ਵਿਕਾਸ ਬਿਲਕੁਲ ਵੀ ਨਹੀਂ ਹੋ ਸਕਦਾ, ਕਿਉਂਕਿ ਜ਼ਿੰਦਗੀ ਤਾਂ ਜਾਨਵਰ ਵੀ ਜੀ ਜਾਂਦੇ ਨੇ। ਜ਼ਿੰਦਗੀ ਜਿਉਣਾ ਉਹਨਾਂ ਦੀ ਹੁੰਦੀ ਹੈ ਜੋ ਜ਼ਿੰਦਗੀ ਦੇ ਵਿੱਚ ਕੁਝ ਕਰਦੇ ਨੇ, ਠੀਕ ਹੈ ਨਾ। ਤਾਂ ਹੀ ਹੋ ਜੇ ਆਪਾਂ ਲਗਾਤਾਰ ਚੱਲਾਂਗੇ, ਨਹੀਂ ਤਾਂ ਫਿਰ ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਬੱਚਿਓ। ਇਸ ਕਰਕੇ ਤੁਸੀਂ ਹੁਣ ਤੋਂ ਹੀ ਕੋਸ਼ਿਸ਼ ਕਰਨੀ ਸ਼ੁਰੂ ਕਰੋ, ਕਿਉਂਕਿ ਜ਼ਿੰਦਗੀ ਇੱਕੋ ਵਾਰ ਹੀ ਮਿਲਦੀ ਹੈ। ਜਿੰਦਾ ਮਿਲੀਆਂ ਹੀ ਰਹਿਣ ਕਿ ਮਿਲੀਆਂ ਜਿੰਦੀਆਂ ਨੇ, ਵਿਛੜਿਆ ਮਰਦੀਆਂ ਨੇ ਕਿ ਜਿੰਦਾ ਮਿਲੀਆਂ ਹੀ ਰਹਿਣ। ਵੀ ਜੋ ਲੋਕ ਨੇ, ਹੈ ਨਾ, ਆਪਸ ਦੇ ਵਿੱਚ ਇੱਕਮਿੱਕ ਹੋ ਕੇ ਰਹਿਣ। ਜਿੰਦਾ ਮਤਲਬ ਲੋਕ ਰਹਿਣ, ਠੀਕ ਹੈ। ਮਨੁੱਖੀ ਜ਼ਿੰਦਗੀਆਂ ਆਪਸ ਵਿੱਚ ਇੱਕਮਿੱਕ ਹੋ ਕੇ ਹੀ ਰਹਿ ਸਕਦੀਆਂ ਨੇ ਜਿਉਂਦੀਆਂ, ਤਾਂ ਕਰਕੇ, ਨਹੀਂ ਤਾਂ ਉਹ ਮਰ ਜਾਣਗੀਆਂ। ਉਹ ਇੱਕ ਦੂਜੇ ਤੋਂ ਵਿਛੜ ਕੇ ਅਲੱਗ ਹੋ ਕੇ ਮਰ ਜਾਣਗੀਆਂ। ਇਸ ਤਰ੍ਹਾਂ ਮਤਲਬ ਖੁਸ਼ ਨਹੀਂ ਰਹਿਣਗੀਆਂ ਉਹ। ਇਸ ਕਰਕੇ ਇਹਨਾਂ ਨੂੰ ਮਿਲ ਕੇ ਰਹਿਣਾ ਚਾਹੀਦਾ, ਕਿਉਂਕਿ ਨਫ਼ਰਤ ਹਮੇਸ਼ਾ ਦੁੱਖ ਹੀ ਦਿੰਦੀ ਹੈ, ਠੀਕ ਹੈ ਨਾ। ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ
ਕਿ ਰੂਹਾਂ ਉੱਡਦੀਆਂ ਹੀ ਰਹਿਣ। ਕਵੀ ਕਹਿੰਦਾ ਹੈ ਕਿ ਮਨੁੱਖੀ ਰੂਹਾਂ ਸਦਾ ਉੱਚੀਆਂ ਉਡਾਰੀਆਂ ਮਾਰਨ ਦੇ ਯਤਨ ਵਿੱਚ ਹੀ ਲੱਗੀਆਂ ਰਹਿਣ। ਉੱਚੀਆਂ ਉਡਾਰੀਆਂ ਮਾਰਨ ਨਾਲ ਉਹ ਉੱਚੇ ਨਿਸ਼ਾਨੇ ਦੀ ਪ੍ਰਾਪਤੀ ਕਰਦੀਆਂ ਹਨ, ਵਿਕਾਸ ਦੇ ਅਗਲੇ ਪੜਾਅ ਨੂੰ ਪਾਰ ਕਰਦੀਆਂ ਹਨ। ਜੇਕਰ ਉਹ ਉੱਚੀਆਂ ਉਡਾਰੀਆਂ ਦੇ ਯਤਨ ਕਰਨ ਤੋਂ ਰੁਕ ਜਾਣ ਤਾਂ ਉਹਨਾਂ ਦੇ ਵਿੱਚ ਗਿਰਾਵਟ ਦੀ ਡੂੰਘੀ ਖੱਡ ਪੈਦਾ ਹੋ ਜਾਵੇਗੀ। ਇਸ ਕਰਕੇ ਕਵੀ ਮੁੜ ਮੁੜ ਕੇ ਇਹੋ ਕਾਮਨਾ ਕਰਦਾ ਹੈ ਕਿ ਜੋ ਮਨੁੱਖੀ ਰੂਹਾਂ ਨੇ ਉੱਚੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਉਹ ਉਡਾਰੀਆਂ ਮਾਰਦੀਆਂ ਰਹਿਣ। ਤੇ ਮੈਂ ਟੁਰਦਾ ਹੀ ਰਹਾਂ ਕਿ ਟੁਰਿਆ ਵੱਧਦਾ ਹਾਂ, ਖਲੋਇਆ ਘਟਦਾ ਹਾਂ ਕਿ ਮੈਂ ਟੁਰਦਾ ਹੀ ਰਹਾਂ, ਕਿ ਹਾਂ ਮੈਂ ਟੁਰਦਾ ਹੀ ਰਹਾਂ। ਠੀਕ ਹੈ ਨਾ, ਵੀ ਮੈਂ ਹਮੇਸ਼ਾ ਤੁਰਦਾ ਹੀ ਰਹਾਂ। ਵੀ ਜੇ ਮੈਂ ਖਲੋ ਗਿਆ, ਖੜ ਗਿਆ ਤਾਂ ਮੇਰੇ 'ਚ ਤਾਜ਼ਗੀ ਨਹੀਂ ਰਹਿਣੀ, ਮੇਰਾ ਵਿਕਾਸ ਉੱਥੇ ਰੁਕ ਜਾਣਾ, ਮੈਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਨਹੀਂ ਕਰ ਸਕਦਾ। ਠੀਕ ਹੈ, ਤਾਂ ਇਸ ਕਰਕੇ ਮੈਨੂੰ ਕੀ ਕਰਨਾ ਚਾਹੀਦਾ, ਹਮੇਸ਼ਾ ਅੱਗੇ ਵਧਣਾ ਚਾਹੀਦਾ, ਰੁਕਣਾ ਨਹੀਂ ਚਾਹੀਦਾ। ਤੇ ਬਿਲਕੁਲ ਵਿੱਚ ਉਹਨਾਂ ਨੇ ਬਹੁਤ ਸੋਹਣਾ ਆਪਾਂ ਨੂੰ ਜੋ ਸੇਧ ਦਿੱਤੀ ਹੈ। ਠੀਕ ਹੈ, ਬਹੁਤ ਸੋਹਣਾ ਸਬਕ ਦਿੱਤਾ। ਔਰ ਹੁਣ ਆਪਾਂ ਇਸ 'ਤੇ ਪ੍ਰਸ਼ਨ ਉੱਤਰ ਕਰਦੇ ਹਾਂ। ਪੰਜਾਬੀ ਲਾਜ਼ਮੀ ਪੁਸਤਕ ਵਿੱਚ ਸ਼ਾਮਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਦਾ ਨਾਂ ਦਿਓ। ਕਿਹੜੀ ਆ? ਵਗਦੇ ਪਾਣੀ। ਵਗਦੇ ਪਾਣੀ ਆਪਾਂ ਦੱਸਿਆ ਹਮੇਸ਼ਾ ਕੌਮਿਆਂ ਦੇ ਵਿੱਚ ਲਿਖਣਾ ਬੱਚੋ ਸਿਰਲੇਖ ਜੋ ਹੁੰਦਾ ਹੈ, ਅਗਰ ਨਹੀਂ ਲਿਖਾਂਗੇ ਤਾਂ ਉਹ ਵੀ ਗਲਤ ਹੋ ਜਾਣਾ ਆਪਣਾ ਸ਼ਬਦ ਜੋੜ ਦੇ ਵਜੋਂ। ਠੀਕ ਹੈ, ਵਗਦੇ ਪਾਣੀ ਕਵਿਤਾ ਦਾ ਰਚੇਤਾ ਕੌਣ ਹੈ? ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਕਿਉਂਕਿ ਉਹ ਡਾਕਟਰ ਸਨ ਆਪਣੇ ਪੇਸ਼ੇ ਵਜੋਂ। ਖੜਾ ਪਾਣੀ ਜੋ ਹੁੰਦਾ ਹੈ ਉਸ ਨਾਲ ਕੀ ਵਾਪਰਦਾ ਹੈ? ਉਹ ਬੁੱਸ ਜਾਂਦਾ ਹੈ, ਉਸ 'ਚੋਂ ਬਦਬੂ ਪੈਦਾ ਹੋ ਜਾਂਦੀ ਹੈ, ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਠੀਕ ਹੈ ਨਾ, ਆਪਾਂ ਨੂੰ ਕਿਹਾ ਨਹੀਂ ਜਾਂਦਾ ਡੇਂਗੂ ਦੇ ਦਿਨਾਂ ਦੇ ਵਿੱਚ ਮਤਲਬ ਖੜਾ ਪਾਣੀ ਨਾ ਹੋਵੇ, ਕੱਢ ਦਿਓ, ਕਿਉਂਕਿ ਵਿਕਾਰ ਪੈਦਾ ਹੋ ਜਾਂਦੇ ਨੇ। ਇਸ ਤਰ੍ਹਾਂ ਮਨੁੱਖ ਦੇ ਵੀ। ਵਗਦੇ ਪਾਣੀ ਕਵਿਤਾ ਅਨੁਸਾਰ ਵਿਛੜਨ ਨਾਲ ਜ਼ਿੰਦਾ ਮਰ ਜਾਂਦੀਆਂ ਹਨ, ਵਿਛੜ ਕੇ ਮਰ ਜਾਂਦੀਆਂ ਨੇ ਜ਼ਿੰਦਾ, ਬਿਲਕੁਲ ਸਹੀ। ਰੂਹਾਂ ਅਟਕਣ ਨਾਲ ਡਿੱਗਦੀਆਂ ਹਨ, ਬਿਲਕੁਲ ਠੀਕ ਹੈ ਕਿ ਗਲਤ ਹੈ? ਇਹ ਦੱਸੋ ਵੀ ਹਾਂ ਠੀਕ ਹੈ। ਅਤੇ ਕਿਵੇਂ ਟੁਰਿਆ ਡੈਸ਼ ਹਾਂ, ਖਲੋਇਆ ਘਟਦਾ ਹਾਂ, ਕਿ ਮੈਂ ਟੁਰਿਆ ਵੱਧਦਾ ਹਾਂ, ਖਲੋਇਆ ਕੀ ਹੁੰਦਾ? ਮੈਂ ਘਟਦਾ ਹਾਂ, ਇਸ ਕਰਕੇ ਮੈਂ ਤੁਰਦਾ ਹੀ ਰਹਾਂ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਵਗਦੇ ਪਾਣੀ 'ਚ ਕਿਹੜੇ ਭਾਵ ਬਹੁਤ ਪ੍ਰਬਲ ਰੂਪ ਦੇ ਵਿੱਚ ਪ੍ਰਗਟ ਹੋਏ ਹਨ? ਗਤੀਸ਼ੀਲ ਜੀਵਨ ਦਾ, ਰੋਮਾਂਚਿਕ ਜੀਵਨ ਦਾ, ਠੀਕ ਹੈ, ਕੁਦਰਤੀ ਜੀਵਨ ਦਾ ਜਾਂ ਨਿੱਜੀ ਜੀਵਨ ਦਾ? ਆਪਾਂ ਕੀ ਕਹਾਂਗੇ? ਗਤੀਸ਼ੀਲ ਜੀਵਨ ਦਾ, ਕਿਉਂਕਿ ਉਹਨਾਂ ਨੇ ਕਿਹਾ ਵੀ ਲਗਾਤਾਰ ਚੱਲਦੇ ਰਹੋ। ਠੀਕ ਹੈ ਨਾ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੁਆਰਾ ਲਿਖੇ ਵਗਦੇ ਪਾਣੀ ਕਵਿਤਾ ਦਾ ਕੇਂਦਰੀ ਭਾਵ ਲਿਖੋ। ਠੀਕ ਹੈ, ਕੀ ਕਿਹਾ ਉਹਨਾਂ ਨੇ? ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ 'ਤੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਅਤੇ ਵਿਕਾਸ ਹੁੰਦਾ ਹੈ। ਮਨੁੱਖੀ ਜਿੰਦੜੀਆਂ ਦੀ ਏਕਤਾ ਹੀ ਉਹਨਾਂ ਨੂੰ ਜਿਉਂਦੇ ਰੱਖਦੀ ਹੈ ਅਤੇ ਉਹਨਾਂ ਦੀਆਂ ਰੂਹਾਂ ਦੀਆਂ ਉਡਾਰੀਆਂ ਉਹਨਾਂ ਨੂੰ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੀਆਂ ਹਨ। ਇਸ ਕਰਕੇ ਉਹਨਾਂ ਨੂੰ ਲਗਾਤਾਰ ਤੁਰਨਾ ਚਾਹੀਦਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਪਾਣੀ ਦੀ ਜੋ ਉਦਾਹਰਨ ਲਈ ਹੈ, ਪ੍ਰਤੀਕ ਲਿਆ ਵੀ ਪਾਣੀ ਜੇ ਖੜ ਜਾਵੇਗਾ ਤਾਂ ਵਿਕਾਰ ਪੈਦਾ ਹੋ ਜਾਂਦੇ ਨੇ। ਖੁਸ਼ਬੂ ਪਾਣੀ ਦੇ ਵਿੱਚ ਉਦੋਂ ਹੀ ਆਉਂਦੀ ਹੈ ਜਦੋਂ ਚੱਲਦਾ ਰਹਿੰਦਾ। ਮਨੁੱਖੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਹੈ। ਮਨੁੱਖੀ ਜ਼ਿੰਦਗੀ ਮਨੁੱਖ 'ਚ ਅੱਗੇ ਵਧੇਗਾ ਤਾਂ ਵਿਕਾਸ ਹੋਏਗਾ, ਨਹੀਂ ਤਾਂ ਉੱਥੇ ਖਤਮ ਹੋ ਜਾਵੇਗਾ। ਅਤੇ ਫਿਰ ਅੱਗੇ ਰੂਹਾਂ ਦੀ ਉਦਾਹਰਨ ਲਈ ਆ ਉਹਨਾਂ ਨੇ ਵੀ। ਉਸ ਤੋਂ ਪਹਿਲਾਂ ਜਿੰਦਾਂ ਦੀ ਉਦਾਹਰਨ ਲਈ ਸੀ ਵੀ ਜਿੰਦਾਂ ਮਿਲੀਆਂ ਹੀ ਰਹਿਣ, ਮਿਲ ਕੇ ਉਹ ਜਿਉਂਦੀਆਂ ਨੇ, ਨਫ਼ਰਤ ਕਰਨਗੇ ਇੱਕ ਦੂਜੇ ਨੂੰ ਉਹ ਖਤਮ ਹੋ ਜਾਣਗੀਆਂ, ਕਿਉਂਕਿ ਨਫ਼ਰਤ ਹਮੇਸ਼ਾ ਦੁੱਖ ਦਿੰਦੀ ਹੈ। ਠੀਕ ਹੈ, ਰੱਜ ਕੇ ਸੌਣ ਨਹੀਂ ਦਿੰਦੀ। ਅਤੇ ਫਿਰ ਉਹਨਾਂ ਨੇ ਕਿਹਾ ਵੀ ਰੂਹਾਂ ਉੱਡਦੀਆਂ ਹੀ ਰਹਿਣ, ਉੱਡਦੀਆਂ ਚੜ੍ਹਦੀਆਂ ਨੇ, ਅਟਕਿਆਂ ਡਿੱਗਦੀਆਂ ਨੇ, ਵੀ ਰੂਹਾਂ ਨੂੰ ਹਮੇਸ਼ਾ ਉੱਡਦਿਆਂ ਰਹਿਣਾ ਚਾਹੀਦਾ ਹੈ। ਮਤਲਬ ਆਪਾਂ ਨੂੰ ਆਪਣੇ ਨਿਸ਼ਾਨਿਆਂ 'ਤੇ ਵਧਣਾ ਚਾਹੀਦਾ, ਆਪਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਠੀਕ ਹੈ ਨਾ, ਤਾਂ ਹੀ ਆਪਾਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਾਂਗੇ। ਜੇ ਉੱਥੇ ਬੈਠ ਜਾਵਾਂਗੇ ਫਿਰ ਨਹੀਂ ਪਹੁੰਚ ਸਕਾਂਗੇ। ਫਿਰ ਉਹ ਅੰਤ ਦੇ ਵਿੱਚ ਕਹਿੰਦੇ ਨੇ ਮੈਂ ਟੁਰਦਾ ਹੀ ਰਹਾਂ ਕਿ ਟੁਰਿਆ ਵੱਧਦਾ ਹਾਂ, ਖਲੋਇਆ ਘਟਦਾ ਹਾਂ ਕਿ ਮੈਂ ਟੁਰਦਾ ਹੀ ਰਹਾਂ ਨਾ, ਵੀ ਮੈਂ ਤੁਰਦਾ ਹੀ ਰਹਾਂ, ਜੇ ਖੜ ਗਿਆ ਤਾਂ ਮੈਂ ਘਟ ਜਾਵਾਂਗਾ, ਇਸ ਕਰਕੇ ਮੈਂ ਤੁਰਦਾ ਹੀ ਰਹਾਂ। ਅਤੇ ਬੱਚਿਓ ਇਸ ਤਰ੍ਹਾਂ ਆਪਾਂ ਨੂੰ ਸਮਝਾਇਆ, ਉਹਨਾਂ ਨੇ ਬੜਾ ਸੋਹਣਾ ਸਮਝਾਇਆ, ਉਦਾਹਰਨਾਂ ਦੇ ਦੇ ਕੇ ਸਮਝਾਇਆ ਵੀ ਮਨੁੱਖ ਸਮਝ ਜਾਵੇ। ਅਤੇ ਆਪਾਂ ਨੂੰ ਵੀ ਸਮਝਣਾ ਚਾਹੀਦਾ। ਜੋ ਗੁਣ ਨੇ ਤੁਹਾਡੇ ਅੰਦਰ ਉਹਨਾਂ ਨੂੰ ਪਹਿਚਾਣੋ, ਅੱਜ ਤੋਂ ਹੀ ਨਿਸ਼ਾਨਾ ਮਿੱਥ ਲਓ ਬੱਚਿਓ, ਅੱਗੇ ਪਛਤਾਉਣਾ ਨਾ ਪਵੇ। ਠੀਕ ਹੈ ਨਾ। ਅਤੇ ਖਾਣਾ ਸੋਣਾ ਇਹ ਸਾਰਾ ਕੁਝ ਤਾਂ ਜਾਨਵਰ ਵੀ ਕਰੀ ਜਾਂਦੇ ਨੇ, ਮਨੁੱਖਾ ਜਨਮ ਆਪਾਂ ਨੂੰ ਇੱਕ ਵਾਰੀ ਮਿਲਿਆ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣੋ, ਉਹ ਤਾਂ ਹੀ ਬਣ ਸਕਦੇ ਆ ਬੱਚਿਓ ਜੇ ਆਪਾਂ ਬੂੰਦ ਬੂੰਦ ਨਾਲ ਸਾਗਰ ਭਰੇਗਾ, ਜੇ ਅੱਜ ਤੋਂ ਹੀ ਆਪਾਂ ਮਿਹਨਤ ਕਰਨੀ ਸ਼ੁਰੂ ਕਰ ਦਿਆਂਗੇ। ਠੀਕ ਹੈ, ਅਤੇ ਜੋ ਵੀ ਸਾਹਿਤ ਹੁੰਦਾ ਉਹਨੂੰ ਮਹਿਜ਼ ਇੱਕ ਸਿਲੇਬਸ ਦੇ ਤੌਰ 'ਤੇ ਨਾ ਲਿਆ ਕਰੋ, ਸਗੋਂ ਤੋਂ ਸਬਕ ਲਿਆ ਕਰੋ। ਠੀਕ ਹੈ ਬੱਚਿਓ।
ਤਾਂ ਇਸ ਨਾਲ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹੇਗਾ, ਫਿਰ ਤੁਹਾਨੂੰ ਕੋਈ ਰੱਟੀ ਲਾਉਣ ਦੀ ਜ਼ਰੂਰਤ ਨਹੀਂ ਪੈਣੀ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।